ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਤੇ। ਕਿਤਾਬ ਦਰ ਦਰਵਾਜ਼ੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਪ੍ਰਸ਼ੰਸਾ ਅਤੇ ਚਾਪਲੂਸੀ। ਦੋਸਤੋ ਬਹੁਤ ਕਮਾਲ ਦੀਆਂ ਗੱਲਾਂ ਨੇ, ਸਾਰਾ ਲੇਖ ਜ਼ਰੂਰ ਸੁਣਿਓ। ਪ੍ਰਸ਼ੰਸਾ ਕਰਨ ਵਾਲੇ ਦਾ ਗੁਣ ਹੁੰਦੀ ਹੈ, ਪਰ ਚਾਪਲੂਸੀ ਸੁਣਨ ਵਾਲੇ ਦਾ ਔਗਣ ਹੁੰਦੀ ਹੈ। ਜੇ ਪ੍ਰਸ਼ੰਸਾ ਹੁੰਦੀ ਰਹੇ ਤਾਂ ਨਾ ਥਕਾਵਟ ਹੁੰਦੀ ਹੈ ਤੇ ਨਾ ਭੁੱਖ ਲੱਗਦੀ ਹੈ। ਜੋ ਆਨੰਦ ਮਨੁੱਖ ਨੂੰ ਆਪਣੀ ਪ੍ਰਸ਼ੰਸਾ ਸੁਣਨ ਵਿੱਚੋਂ ਮਿਲਦਾ ਹੈ, ਉਹ ਕਿਸੇ ਹੋਰ ਢੰਗ ਨਾਲ ਜਾਂ ਕਿਸੇ ਹੋਰ ਸਰੋਤ ਤੋਂ ਨਹੀਂ ਮਿਲਦਾ। ਜਦੋਂ ਤੁਸੀਂ ਕਿਸੇ ਦੀ ਵੀ ਪ੍ਰਸ਼ੰਸਾ ਕਰੋਗੇ ਤਾਂ ਉਹ ਕਦੇ ਨਹੀਂ ਕਹੇਗਾ ਕਿ ਮੈਂ ਜਲਦੀ ਜਾਣਾ ਹੈ। ਵੱਡੇ ਉਪਰਾਲੇ ਅਤੇ ਵੱਡੇ ਖਰਚੇ ਅਸੀਂ ਪ੍ਰਸ਼ੰਸਾ ਕਰਵਾਉਣ ਲਈ ਹੀ ਕਰਦੇ ਹਾਂ। ਹਰ ਕਿਸੇ ਵਿੱਚ ਆਪਣੇ ਲਈ ਤਾੜੀਆਂ ਵੱਜਦੀਆਂ ਸੁਣਨ ਦੀ ਸੁਭਾਵਿਕ ਤਾਂਘ ਹੁੰਦੀ ਹੈ। ਸ਼ਬਦਾਂ ਨਾਲ ਮਾਰੀਆਂ ਤਾੜੀਆਂ, ਮੁਸਕਰਾਹਟਾਂ ਨਾਲ ਉਪਜਾਈ ਰੌਣਕ ਜਾਂ ਵਿਸ਼ੇਸ਼ਣਾਂ ਨਾਲ ਕੀਤੀ ਰੌਸ਼ਨੀ ਨੂੰ ਪ੍ਰਸ਼ੰਸਾ ਕਹਿੰਦੇ ਹਨ। ਪ੍ਰਸ਼ੰਸਾ ਰਾਹੀਂ ਹੀ ਸਾਨੂੰ ਆਪਣੀ ਹੋਂਦ ਦਾ ਮਾਣ ਹੁੰਦਾ ਹੈ। ਕਿਸੇ ਵੱਲੋਂ ਧਿਆਨ ਦਿੱਤੇ ਜਾਣਾ ਜਾਂ ਨਾ ਦਿੱਤੇ ਜਾਣ ਨਾਲ ਹੀ ਸਾਨੂੰ ਆਪਣੇ ਚੰਗੇ ਜਾਂ ਮਾੜੇ ਹੋਣ ਦਾ ਪਤਾ ਲੱਗਦਾ ਹੈ। ਪ੍ਰਸ਼ੰਸਾ ਮਨੁੱਖ ਦੀ ਸਭ ਤੋਂ ਵੱਡੀ ਪ੍ਰੇਰਨਾ ਹੁੰਦੀ ਹੈ। ਜਿੱਥੇ ਕਿਸੇ ਦੇ ਕੰਮ ਦੀ ਪ੍ਰਸ਼ੰਸਾ ਨਹੀਂ ਹੁੰਦੀ, ਉੱਥੇ ਕੰਮ ਵਿੱਚੋਂ ਤਸੱਲੀ ਨਹੀਂ ਲੱਭਦੀ ਅਤੇ ਉੱਥੇ ਕੰਮ ਦੀ ਪੱਧਰ ਨਹੀਂ ਸੁਧਰਦੀ। ਆਪਣੇ ਬੱਚਿਆਂ ਦੀ ਹਰੇਕ ਗੱਲ ਵਿੱਚ ਨੁਕਸ ਕੱਢਣ ਵਾਲੇ ਮਾਪੇ ਨਾ ਕੇਵਲ ਆਪ ਜਲਦੀ ਮਰ ਜਾਂਦੇ ਹਨ, ਸਗੋਂ ਉਹਨਾਂ ਦੇ ਬੱਚਿਆਂ ਦੀ ਕਾਰਜਕਾਰੀ ਵੀ ਨੀਵੀਂ ਰਹਿ ਜਾਂਦੀ ਹੈ। ਕਿਸੇ ਦੇ ਚੰਗੇ ਕੰਮ ਦੀ ਪ੍ਰਸ਼ੰਸਾ ਵਾਸਤਵ ਵਿੱਚ ਕਾਮੇ ਦੇ ਚਰਿੱਤਰ ਅਤੇ ਵਿਹਾਰ ਦੀ ਵੀ ਪ੍ਰਸ਼ੰਸਾ ਹੁੰਦੀ ਹੈ। ਪ੍ਰਸ਼ੰਸਾ ਪ੍ਰਸ਼ੰਸਕ ਦੇ ਦਿਲ ਦੀ ਅਮੀਰੀ ਵਿੱਚੋਂ ਅਤੇ ਉਸ ਦੇ ਆਪਣੇ ਸਫਲ ਅਤੇ ਖੁਸ਼ਹਾਲ ਹੋਣ ਦੀ ਭਾਵਨਾ ਵਿੱਚ ਉਪਜਦੀ ਹੈ। ਜਿਸ ਦੀ ਪ੍ਰਸ਼ੰਸਾ ਕੀਤੀ ਜਾਵੇ ਉਹ ਸੋਹਣਾ ਲੱਗਣ ਲੱਗ ਜਾਂਦਾ ਹੈ ਅਤੇ ਪ੍ਰਸ਼ੰਸਾ ਕਰਨ ਵਾਲੇ ਨੂੰ ਵੀ ਆਪਣਾ ਆਪ ਚੰਗਾ ਲੱਗਦਾ ਹੈ। ਕਿਸੇ ਦੀ ਸਲਾਹ ਪੁੱਛਣਾ, ਕਿਸੇ ਦਾ ਧੰਨਵਾਦ ਕਰਨਾ, ਕਿਸੇ ਨੂੰ ਧਿਆਨ ਨਾਲ ਸੁਣਨਾ ਅਤੇ ਕਿਸੇ ਵੱਲ ਪ੍ਰਸੰਨ ਹੋ ਕੇ ਵੇਖਣਾ ਪ੍ਰਸ਼ੰਸਾ ਦੀਆਂ ਸਧਾਰਨ ਵੰਨਗੀਆਂ ਹਨ। ਅਸੀਂ ਪ੍ਰਸ਼ੰਸਾ ਉਸੇ ਦੀ ਕਰਦੇ ਹਾਂ ਜਿਸ ਦੇ ਨੇੜੇ ਅਸੀਂ ਹੋਣਾ ਚਾਹੁੰਦੇ ਹਾਂ ਜਾਂ ਜਿਸ ਨੂੰ ਆਪਣੇ ਨੇੜੇ ਕਰਨਾ ਚਾਹੁੰਦੇ ਹਾਂ। ਜਦੋਂ ਸਾਡੇ ਕੰਮ ਦੀ ਪ੍ਰਸ਼ੰਸਾ ਹੋਣ ਲੱਗ ਪਵੇ, ਉਦੋਂ ਅਸੀਂ ਆਪਣੇ ਕੰਮ ਦੇ ਮਾਹਿਰ ਬਣਨ ਲੱਗ ਪੈਂਦੇ ਹਾਂ। ਪ੍ਰਸ਼ੰਸਾ ਨਾਲ ਕੰਮ ਕਰਨ ਦਾ ਜੋਸ਼ ਅਤੇ ਹਿੰਮਤ ਵੱਧ ਜਾਂਦੀ ਹੈ। ਇਨਾਮਾਂ ਸਨਮਾਨਾਂ ਦਾ ਵੀ ਇਹੀ ਰੋਲ ਹੁੰਦਾ ਹੈ। ਪਿਆਰ ਸੁੰਦਰਤਾ ਦੀ ਪ੍ਰਸ਼ੰਸਾ ਵਿੱਚ ਉਪਜਦਾ ਹੈ। ਆਪਣੇ ਅਧੂਰੇਪਣ ਦੇ ਅਹਿਸਾਸ ਕਾਰਨ ਹੀ ਅਸੀਂ ਦੂਜਿਆਂ ਦੀ ਪ੍ਰਸ਼ੰਸਾ, ਹਮਦਰਦੀ ਅਤੇ ਪਿਆਰ ਲਈ ਤਾਂਘਦੇ ਹਾਂ। ਪ੍ਰਸ਼ੰਸਾ ਸਾਨੂੰ ਤੰਦਰੁਸਤ, ਜਵਾਨ ਅਤੇ ਮਹੱਤਵਪੂਰਨ ਹੋਣ ਦਾ ਵਿਸ਼ਵਾਸ ਦਿੰਦੀ ਹੈ ਅਤੇ ਲੋਕ ਸਾਨੂੰ ਧਿਆਨ ਨਾਲ ਪੜ੍ਹਨ ਸੁਣਨ ਲੱਗ ਪੈਂਦੇ ਹਨ। ਮੇਜ਼ ਉੱਤੇ ਸਲੀਕੇ ਨਾਲ ਰੱਖਿਆ ਭੋਜਨ ਤੁਹਾਨੂੰ ਕਹਿੰਦਾ ਪ੍ਰਤੀਤ ਹੋਵੇਗਾ ਕਿ ਤੁਸੀਂ ਬੜੇ ਚੰਗੇ ਹੋ। ਭਾਵੇਂ ਅਸੀਂ ਕਿਸੇ ਨੂੰ ਮੂਰਖ ਹੀ ਸਮਝੀਏ, ਪਰ ਜਦੋਂ ਉਹ ਸਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਸਾਨੂੰ ਬੜਾ ਸਿਆਣਾ ਪ੍ਰਤੀਤ ਹੁੰਦਾ ਹੈ। ਜੇ ਇਸਤਰੀ ਪੁਰਸ਼ ਦੀ ਪ੍ਰਸ਼ੰਸਾ ਕਰੇ ਤਾਂ ਪੁਰਸ਼ ਕਦੇ ਨਹੀਂ ਕਹਿੰਦਾ ਕਿ ਇਹ ਬਹੁਤ ਬੋਲਦੀ ਹੈ। ਮਨੁੱਖ ਦੀਆਂ 3 ਬੁਨਿਆਦੀ ਕਾਮਨਾਵਾਂ ਹੁੰਦੀਆਂ ਹਨ: ਪਤਨੀ ਅਤੇ ਸੰਤਾਨ ਦੀ ਕਾਮਨਾ, ਧਨ ਦੌਲਤ ਦੀ ਕਾਮਨਾ ਅਤੇ ਪ੍ਰਸ਼ੰਸਾ ਪ੍ਰਸਿੱਧੀ ਦੀ ਕਾਮਨਾ। ਬਾਕੀ ਸਾਰੀਆਂ ਕਾਮਨਾਵਾਂ ਇਹਨਾਂ ਮੁੱਢਲੀਆਂ 3 ਕਾਮਨਾਵਾਂ ਵਿੱਚ ਲੁਕੀਆਂ ਹੁੰਦੀਆਂ ਹਨ। ਮਨੁੱਖ ਸਭ ਕੁਝ ਤਿਆਗ ਸਕਦਾ ਹੈ, ਪਰ ਪ੍ਰਸ਼ੰਸਾ ਦੀ ਕਾਮਨਾ ਫਿਰ ਵੀ ਬਣੀ ਰਹਿੰਦੀ ਹੈ। ਸਾਧੂ ਸੰਤ ਵੀ ਇਸ ਕਾਮਨਾ ਤੋਂ ਮੁਕਤ ਨਹੀਂ ਹੁੰਦੇ। ਕੇਵਲ ਮਹਾਂਪੁਰਸ਼ ਹੀ ਪ੍ਰਸ਼ੰਸਾ ਨਿੰਦਾ ਤੋਂ ਮੁਕਤ ਹੁੰਦੇ ਹਨ। ਉਹ ਪ੍ਰਸ਼ੰਸਾ ਲਈ ਤਾਂਘਦੇ ਨਹੀਂ, ਉਹ ਕੁਦਰਤ ਅਤੇ ਪਰਮਾਤਮਾ ਦੀ ਪ੍ਰਸ਼ੰਸਾ ਕਰਨ ਵਿੱਚੋਂ ਆਨੰਦ ਮਾਣਦੇ ਹਨ। ਇਸ ਗੁਣ ਕਰਕੇ ਹੀ ਉਹਨਾਂ ਦੀ ਮਹਿਮਾ ਹੁੰਦੀ ਹੈ। ਸ਼ਹੀਦਾਂ ਵੱਲੋਂ ਆਪਾ ਵਾਰਨ ਉਪਰੰਤ ਹੀ ਉਹਨਾਂ ਦਾ ਜਸ ਗਾਇਆ ਜਾਂਦਾ ਹੈ। ਅਧਿਆਪਕਾਂ, ਆਗੂਆਂ, ਕਵੀਆਂ ਅਤੇ ਸੰਗੀਤਕਾਰਾਂ ਦੀ ਇਹੀ ਪ੍ਰਸ਼ੰਸਾ ਹੈ ਕਿ ਤੁਸੀਂ ਉਹਨਾਂ ਨੂੰ ਸੁਣੋ। ਕਲਾ ਦੀ ਇਸ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿਉਂਕਿ ਕਲਾ ਜ਼ਿੰਦਗੀ ਦੇ ਚਾਨਣੇ ਪੱਖ ਨੂੰ ਪੇਸ਼ ਕਰਦੀ ਹੈ। ਚਿੱਤਰ ਭਾਵੇਂ ਕਿਸੇ ਵਿਰਲਾਪ ਕਰਦੀ ਇਸਤਰੀ ਦਾ ਹੋਵੇ ਜਾਂ ਨਾਟਕ ਕਿਸੇ ਦੇ ਦੁੱਖਾਂ ਨੂੰ ਪ੍ਰਗਟਾਵੇ, ਪਰ ਇਹ ਪ੍ਰਗਟਾਵੇ ਜ਼ਿੰਦਗੀ ਦੇ ਪੱਖ ਵਿੱਚ ਹੋਣ ਕਰਕੇ ਚੰਗੇ ਲੱਗਦੇ ਹਨ। ਸੋਹਣੇ ਵਿਅਕਤੀ ਸੋਹਣੇ ਹੋਣ ਕਰਕੇ ਅਤੇ ਸਿਆਣੇ ਹੋਣ ਕਰਕੇ ਸਾਡੀ ਪ੍ਰਸ਼ੰਸਾ ਜਿੱਤ ਲੈਂਦੇ ਹਨ। ਜੇ ਅਪਰਾਧੀ ਸੋਹਣਾ ਅਤੇ ਸਿਆਣਾ ਹੋਵੇ ਤਾਂ ਉਸ ਦਾ ਅਪਰਾਧ ਜੁਰਮ ਨਹੀਂ, ਗਲਤੀ ਹੀ ਪ੍ਰਤੀਤ ਹੁੰਦਾ ਹੈ। ਪੁਰਸ਼ ਆਪਣੀ ਪ੍ਰਸ਼ੰਸਾ ਸੁਣ ਕੇ ਪ੍ਰਸੰਨ ਹੁੰਦੇ ਹਨ ਤੇ ਕਹਿੰਦੇ ਹਨ ਤੁਸੀਂ ਸੱਚ ਬੋਲਦੇ ਹੋ, ਅਤੇ ਨਿੰਦਾ ਕਰਨ ਵਾਲੇ ਬਾਰੇ ਕਹਿੰਦੇ ਹਨ ਕਿ ਪਾਗਲ ਹੈ, ਐਵੇਂ ਬੋਲੀ ਜਾਂਦਾ ਹੈ। ਇਸਤਰੀਆਂ ਆਪਣੀ ਪ੍ਰਸ਼ੰਸਾ ਨੂੰ ਪੁਰਸ਼ਾਂ ਨਾਲੋਂ ਵੀ ਵਧੇਰੇ ਧਿਆਨ ਨਾਲ ਸੁਣਦੀਆਂ ਹਨ, ਪਰ ਉਹ ਆਪਣੀ ਜਾਂ ਕਿਸੇ ਹੋਰ ਇਸਤਰੀ ਦੀ ਨਿੰਦਾ ਸੁਣਨ ਵੱਲ ਵੀ ਪੂਰਾ ਧਿਆਨ ਦਿੰਦੀਆਂ ਹਨ। ਜੇ 2 ਇਸਤਰੀਆਂ ਲੜ ਰਹੀਆਂ ਹੋਣ ਤਾਂ ਬਾਕੀ ਧਿਆਨ ਰੱਖਦੀਆਂ ਹਨ ਕਿ ਕੋਈ ਗੱਲ ਸੁਣਨੀ ਰਹਿ ਨਾ ਜਾਵੇ। ਜੇ ਤੁਸੀਂ ਆਪਣੀ ਪਤਨੀ ਦੀ ਅਚਾਨਕ ਪ੍ਰਸ਼ੰਸਾ ਕਰੋਗੇ ਤਾਂ ਉਹ ਪਹਿਲਾਂ ਇਹੀ ਸਮਝੇਗੀ ਕਿ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ, ਫਿਰ ਉਸ ਨੂੰ ਆਦਤ ਪੈ ਜਾਵੇਗੀ ਅਤੇ ਮਗਰੋਂ ਉਸ ਨੂੰ ਪ੍ਰਸ਼ੰਸਾ ਸੁਣਨ ਦਾ ਲਾਲਚ ਪੈ ਜਾਵੇਗਾ। ਹਰ ਥਾਂ ਹਰ ਕਿਸੇ ਵੱਲੋਂ ਪ੍ਰਸ਼ੰਸਾ ਦਾ ਲਾਲਚ ਜਾਂ ਪ੍ਰਸ਼ੰਸਾ ਦਾ ਭ੍ਰਿਸ਼ਟ ਰੂਪ ਚਾਪਲੂਸੀ ਖਵਾਉਂਦਾ ਹੈ। ਭੁੱਖੇ ਬੰਦੇ ਦੇ ਨਾਚ ਨੂੰ ਚਾਪਲੂਸੀ ਕਹਿੰਦੇ ਹਨ। ਚਾਪਲੂਸ ਢਿੱਡ ਦਾ ਰਾਗ ਲਾਪਦੇ ਹਨ ਅਤੇ ਆਪਣੀ ਭੁੱਖ ਦਾ ਗੀਤ ਗਾਉਂਦੇ ਹਨ।
ਬਾਰ-ਬਾਰ ਕੀਤੀ ਪ੍ਰਸ਼ੰਸਾ ਅਤੇ ਸਵਾਰਥ ਅਧੀਨ ਕੀਤੀ ਪ੍ਰਸ਼ੰਸਾ ਨਹੀਂ ਚਾਪਲੂਸੀ ਹੁੰਦੀ ਹੈ। ਚਾਪਲੂਸੀ ਵਿੱਚ ਅਸਲੀ ਅਤੇ ਨਕਲੀ ਦਾ ਅੰਤਰ ਮਿਟ ਜਾਂਦਾ ਹੈ। ਮਹਾਂਪੁਰਸ਼ਾਂ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣ ਜਦੋਂ ਉਦੇਸ਼ ਮਿੱਥ ਕੇ ਜਾਂ ਕੋਈ ਗਰਜ ਰੱਖ ਕੇ ਕਿਸੇ ਲਈ ਵਰਤੇ ਜਾਣ ਤਾਂ ਉਹ ਚਾਪਲੂਸੀ ਬਣ ਜਾਂਦੇ ਹਨ। ਸਭ ਤੋਂ ਵੱਡਾ ਚਾਪਲੂਸ ਸਾਡਾ ਆਪਣਾ ਮਨ ਹੁੰਦਾ ਹੈ। ਸ਼ੀਸ਼ੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰਵਾਨਗੀ ਵਾਲੀ ਨਜ਼ਰ ਨਾਲ ਹੀ ਵੇਖਦੇ ਹਾਂ। ਸ਼ੀਸ਼ੇ ਵਾਂਗ ਚਾਪਲੂਸ ਵੀ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ, ਉਹ ਉਹੀ ਕੁਝ ਕਹਿੰਦੇ ਹਨ ਜੋ ਮਾਲਕ ਸੁਣਨਾ ਚਾਹੁੰਦਾ ਹੈ। ਚਾਪਲੂਸ ਜਾਣ ਜਾਂਦਾ ਹੈ ਕਿ ਮਾਲਕ ਦੀ ਆਪਣੇ ਆਪ ਬਾਰੇ ਕੀ ਰਾਏ ਹੈ। ਉਹ ਉਸੇ ਰਾਏ ਨੂੰ ਆਪਣੀ ਸਮਝ ਬਣਾ ਕੇ ਅਤਿਕਥਨੀ ਅਲੰਕਾਰ ਰਾਹੀਂ ਪੇਸ਼ ਕਰਦਾ ਹੈ। ਅਤਿਕਥਨੀ ਹੁੰਦੀ ਸੱਚ ਹੀ ਹੈ, ਪਰ ਇਸ ਦੀ ਲੰਬਾਈ ਚੌੜਾਈ ਸੰਤੁਲਿਤ ਨਹੀਂ ਹੁੰਦੀ। ਜੇ ਬੋਲਣ ਵਾਲੇ ਦਾ ਸਵਾਰਥ ਪ੍ਰਤੱਖ ਹੋਵੇ ਤਾਂ ਨਾ ਪ੍ਰਸ਼ੰਸਾ ਕੰਮ ਕਰਦੀ ਹੈ ਤੇ ਨਾ ਹੀ ਚਾਪਲੂਸੀ ਕਿਸੇ ਕੰਮ ਆਉਂਦੀ ਹੈ। ਚਾਪਲੂਸੀ ਵਿੱਚ ਸਵਾਰਥ ਦਾ ਲੁਕੇ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਾਲਕ ਚਾਪਲੂਸ ਨੂੰ ਆਪਣਾ ਸਭ ਤੋਂ ਵੱਡਾ ਸ਼ੁਭ ਚਿੰਤਕ ਅਤੇ ਕਦਰਦਾਨ ਸਮਝੇ। ਅਜਿਹੇ ਮਾਲਕ ਦੀ ਜਿਸ ਦਿਨ ਚਾਪਲੂਸੀ ਨਹੀਂ ਹੁੰਦੀ ਉਸ ਨੂੰ ਉਹ ਦਿਨ ਫਿੱਕਾ ਲੱਗਦਾ ਹੈ, ਜਿਵੇਂ ਉਸ ਦਾ ਅਮਲ ਟੁੱਟ ਗਿਆ ਹੋਵੇ। ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰ ਅਤੇ ਗੱਦੀਓਂ ਲੱਥੇ ਹਾਕਮ ਚਾਪਲੂਸਾਂ ਦੇ ਸਹਾਰੇ ਮੁੜ ਗੱਦੀ ਪ੍ਰਾਪਤ ਕਰਨ ਦੇ ਸੁਪਨੇ ਵੇਖਦੇ ਹਨ। ਚਾਪਲੂਸ ਦਾ ਆਦੇਸ਼ ਮਾਲਕ ਨੂੰ ਸਭ ਪਾਸਿਓਂ ਤੋਂ ਘੇਰ ਕੇ ਆਪਣੀ ਅਕਲ ਅਤੇ ਉਸ ਦੀ ਤਾਕਤ ਨੂੰ ਆਪਣੇ ਲਾਭ ਲਈ ਵਰਤਣਾ ਹੁੰਦਾ ਹੈ। ਚਾਪਲੂਸਾਂ ਦੀ ਲੋੜ ਉਹਨਾਂ ਨੂੰ ਹੀ ਪੈਂਦੀ ਹੈ ਜਿਨ੍ਹਾਂ ਨੂੰ ਉਹਨਾਂ ਦੀ ਯੋਗਤਾ ਜਾਂ ਸਮਰੱਥਾ ਨਾਲੋਂ ਵੱਡਾ ਅਹੁਦਾ ਮਿਲ ਗਿਆ ਹੋਵੇ। ਚਾਪਲੂਸੀ ਅਤੇ ਪ੍ਰਸ਼ੰਸਾ ਆਦਿ ਪੂਜਾ ਅਤੇ ਸ਼ਰਧਾ ਜਿਹੇ ਧਾਰਮਿਕ ਵਰਤਾਰਿਆਂ ਦੀ ਉਪਜ ਹਨ। ਜਿਸ ਦੇਵਤੇ ਕੋਲ ਜੀਵਾਂ ਨੂੰ ਦੰਡ ਦੇਣ ਦੀ ਸ਼ਕਤੀ ਨਹੀਂ, ਉਸ ਦੀ ਪੂਜਾ ਵੀ ਨਹੀਂ ਹੁੰਦੀ। ਸ਼ਿਵ ਜੀ ਜੀਵਾਂ ਨੂੰ ਮਾਰਦੇ ਹਨ, ਇਸ ਲਈ ਭਾਰਤ ਵਿੱਚ ਸਭ ਤੋਂ ਵੱਧ ਮੰਦਰ ਸ਼ਿਵ ਜੀ ਦੇ ਹਨ। ਚਾਪਲੂਸ ਉਹਨਾਂ ਮਾਲਕਾਂ ਜਾਂ ਅਧਿਕਾਰੀਆਂ ਦੇ ਹੀ ਬਣਦੇ ਹਨ ਜਿਨ੍ਹਾਂ ਕੋਲ ਨੁਕਸਾਨ ਕਰਨ ਦੀ ਸ਼ਕਤੀ ਹੋਵੇ। ਪੇਂਡੂ ਇਲਾਕਿਆਂ ਵਿੱਚ ਰਜਵਾੜੇ ਹਰ ਵੇਲੇ ਆਪਣੇ ਨਾਲ ਕੋਈ ਝੋਲੀ ਚੁੱਕ ਜਾਂ ਚਾਪਲੂਸ ਰੱਖਦੇ ਸਨ, ਜਿਹੜੇ ਖੱਬੇ ਸੱਜੇ ਤੋਂ ਮਾਲਕ ਨੂੰ ਜਿਤਲਾ ਦਿੰਦੇ ਹਨ ਕਿ ਉਸ ਬਿਨਾਂ ਪਿੰਡ ਦਾ ਸੰਸਾਰ ਨਹੀਂ ਚੱਲ ਸਕਦਾ। ਰਾਜਿਆਂ ਦੇ ਦਰਬਾਰ ਵਿੱਚ ਰਾਜ ਕਵੀ ਰੱਖਣ ਦੀ ਪਿਰਤ ਸੀ, ਜਿਹੜੇ ਰਾਜੇ ਦੀ ਪ੍ਰਸ਼ੰਸਾ ਵਿੱਚ ਕਸੀਦੇ ਲਿਖਦੇ ਸਨ। ਇਹਨਾਂ ਦੀ ਰੀਤ ਉੱਤੇ ਹੀ ਵਿਆਹ ਵੇਲੇ ਸਿਹਰੇ ਪੜਨ ਦਾ ਰਿਵਾਜ ਪਿਆ ਸੀ। ਅਜੋਕੇ ਸਮੇਂ ਵਿੱਚ ਲੋਕ ਸੰਪਰਕ ਵਿਭਾਗ ਹਕੂਮਤ ਕਰ ਰਹੀ ਸਰਕਾਰ ਦੇ ਸੋਹਲੇ ਗਾਉਂਦੇ ਹਨ। ਅਜੋਕਾ ਮਨੁੱਖ ਆਪਣੀਆਂ ਫੋਟੋਆਂ ਖਿਚਵਾ ਕੇ ਅਤੇ ਅਮੀਰ ਲੋਕ ਆਪਣੇ ਚਿੱਤਰ ਬਣਵਾ ਕੇ ਇਸ ਸ਼ੌਂਕ ਨੂੰ ਪੂਰਾ ਕਰਦੇ ਹਨ। ਚਾਪਲੂਸੀ ਇੱਕ ਅਜਿਹਾ ਖੂਹ ਹੈ ਜਿਸ ਵਿੱਚ ਡਿੱਗਣ ਤੋਂ ਕੋਈ ਬਚ ਨਹੀਂ ਸਕਦਾ। ਵਾਸਤਵ ਵਿੱਚ ਕੋਈ ਵੀ ਮਨੁੱਖ ਆਪਣੇ ਆਪ ਨੂੰ ਦੂਜਿਆਂ ਵੱਲੋਂ ਅੱਖੋਂ ਪਰੋਖੇ ਕੀਤੇ ਜਾਣਾ ਪਸੰਦ ਨਹੀਂ ਕਰਦਾ ਅਤੇ ਹਰ ਕੋਈ ਪਤਵੰਤਾ ਅਤੇ ਪ੍ਰਸਿੱਧ ਹੋਣਾ ਚਾਹੁੰਦਾ ਹੈ। ਰੱਬ ਦੇ ਗੁਣ ਗਾਉਂਦਾ ਮਨੁੱਖ ਆਪ ਰੱਬ ਵਰਗਾ ਬਣਨਾ ਚਾਹੁੰਦਾ ਹੈ। ਰੱਬ ਕੋਲ ਕਿਉਂਕਿ ਆਪਣੀ ਗੱਲ ਮਨਵਾਉਣ ਦੀ ਅਥਾਹ ਸ਼ਕਤੀ ਹੈ, ਸੋ ਮਨੁੱਖ ਵੀ ਹਾਕਮ ਬਣ ਕੇ ਇਸੇ ਸ਼ਕਤੀ ਨੂੰ ਪ੍ਰਾਪਤ ਕਰਨੀ ਚਾਹੁੰਦਾ ਹੈ। ਰੱਬ ਮਰਦਾ ਨਹੀਂ, ਸੋ ਮਨੁੱਖ ਦੀ ਡੂੰਘੀ ਲਾਲਸਾ ਹੈ ਕਿ ਉਹ ਵੀ ਨਾ ਮਰੇ। ਜਦੋਂ ਮਨੁੱਖ ਕਹਿੰਦਾ ਹੈ ਕਿ ਉਸ ਨੂੰ ਇਹ ਚੀਜ਼ ਮਿਲ ਜਾਵੇ ਤਾਂ ਅੰਦਰ ਖਾਤੇ ਉਹ ਜਾਣਦਾ ਹੁੰਦਾ ਹੈ ਕਿ ਉਹ ਇਸ ਚੀਜ਼ ਦੇ ਯੋਗ ਨਹੀਂ, ਪਰ ਫਿਰ ਵੀ ਉਹ ਉਸ ਚੀਜ਼ ਨੂੰ ਹਥਿਆਉਣ ਦੇ ਉਪਰਾਲੇ ਅਤੇ ਜੀਵਨ ਵਿੱਚ ਦੂਜਿਆਂ ਨਾਲੋਂ ਅੱਗੇ ਨਿਕਲਣ ਦਾ ਨਿਰੰਤਰ ਯਤਨ ਕਰਦਾ ਰਹਿੰਦਾ ਹੈ। ਆਪਣੇ ਹਿੱਤਾਂ ਨੂੰ ਸਾਂਝੇ ਹਿੱਤਾਂ ਤੋਂ ਉੱਪਰ ਰੱਖਣ ਨੂੰ ਸਵਾਰਥ ਕਹਿੰਦੇ ਹਨ। ਚਾਪਲੂਸ ਸਵਾਰਥੀ ਹੁੰਦੇ ਹਨ। ਸਵਾਰਥ ਤੋਂ ਬਿਨਾਂ ਚਾਪਲੂਸੀ ਸੰਭਵ ਨਹੀਂ ਹੁੰਦੀ। ਮਾਲਕ ਜਾਂ ਅਧਿਕਾਰੀ ਦਾ ਖੋਖਲਾਪਣ ਹੀ ਚਾਪਲੂਸੀ ਉਪਜਾਉਂਦਾ ਹੈ। ਚਾਪਲੂਸਾਂ ਨੂੰ ਮਾਲਕਾਂ ਵਿੱਚੋਂ ਜਾਂ ਤਾਕਤਵਰ ਲੋਕਾਂ ਵਿੱਚੋਂ ਇੱਕ ਪੌੜੀ ਵਿਖਾਈ ਦਿੰਦੀ ਹੈ ਅਤੇ ਉਹ ਇਹ ਵਿਉਂਤ ਬਣਾਉਂਦੇ ਹਨ ਕਿ ਕਿੱਧਰੋਂ ਚੜ੍ਹੀਏ। ਮੇਰੀ ਸੰਸਥਾ ਵਿੱਚ ਇੱਕ ਅਹੁਦੇਦਾਰ ਵਿਅਕਤੀ ਸਨ। ਉਹਨਾਂ ਨੇ ਆਪਣੀ ਜ਼ਮੀਨ 'ਤੇ ਸਬਜ਼ੀਆਂ ਬੀਜੀਆਂ ਅਤੇ ਮੱਝਾਂ ਰੱਖੀਆਂ ਹੋਈਆਂ ਸਨ। ਉਹ ਮੁੱਖ ਅਧਿਕਾਰੀ ਦੇ ਘਰ ਅੰਦਰ ਦੁੱਧ ਅਤੇ ਸਬਜ਼ੀਆਂ ਰਾਹੀਂ ਪ੍ਰਵੇਸ਼ ਕਰਦੇ ਸਨ ਅਤੇ ਅਧਿਕਾਰੀ ਨਾਲੋਂ ਵੀ ਪਹਿਲਾਂ ਉਸ ਦੀ ਪਤਨੀ ਨੂੰ ਸਬਜ਼ੀਆਂ ਦੀ ਤਾਜ਼ਗੀ ਅਤੇ ਦੁੱਧ ਦੀ ਮਲਾਈ ਨਾਲ ਪ੍ਰਭਾਵਿਤ ਕਰਦੇ ਸਨ। ਉਹ ਸਾਹਿਬ ਦੀ ਲਗਾਮ ਉਸ ਦੀ ਸਾਹਿਬਾਂ ਰਾਹੀਂ ਖਿੱਚਦੇ ਸਨ। ਚਾਪਲੂਸੀ ਇੱਕ ਰਾਜਨੀਤਿਕ ਵਰਤਾਰਾ ਹੈ ਅਤੇ ਇਸ ਖੇਤਰ ਵਿੱਚ ਆਪਸੀ ਮੁਕਾਬਲਾ ਵੀ ਬੜਾ ਹੈ। ਜਦੋਂ ਇੱਕ ਚਾਪਲੂਸ ਮਾਲਕ ਨੂੰ ਵਧੇਰੇ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਦੂਜੇ ਚਾਪਲੂਸ ਬੜੇ ਪਰੇਸ਼ਾਨ ਹੁੰਦੇ ਹਨ। ਇੱਕ ਵਾਰੀ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਨਵਾਂ ਅਧਿਕਾਰੀ ਨਿਯੁਕਤ ਹੋਇਆ ਤਾਂ ਉਸਨੇ ਚਾਪਲੂਸਾਂ ਦੇ ਰੰਗ ਢੰਗ ਵੇਖ ਕੇ ਆਪਣੀ ਥਾਂ ਬਣਾਉਣ ਲਈ ਸੂਖਮ ਢੰਗ ਨਾਲ ਚਾਪਲੂਸੀ ਕਰਨ ਦਾ ਆਪਣਾ ਕੰਮ ਆਰੰਭਿਆ। ਦੂਜੇ ਚਾਪਲੂਸਾਂ ਨੇ ਬਾਦਸ਼ਾਹ ਨੂੰ ਆਪਣੀ ਵਫਾਦਾਰੀ ਦਾ ਵਾਸਤਾ ਪਾ ਕੇ ਸੁਚੇਤ ਕਰਦਿਆਂ ਕਿਹਾ ਕਿ ਬਾਦਸ਼ਾਹ ਸਲਾਮਤ, ਇਹ ਨਵਾਂ ਆਦਮੀ ਬੜਾ ਚਲਾਕ ਹੈ, ਇਹ ਚਾਪਲੂਸੀ ਨਾਲ ਤੁਹਾਨੂੰ ਆਪਣੇ ਜਾਲ ਵਿੱਚ ਫਸਾ ਲਵੇਗਾ। ਬਾਦਸ਼ਾਹ ਨੇ ਕਿਹਾ, ਮੈਂ ਪੂਰੀ ਤਰ੍ਹਾਂ ਸੁਚੇਤ ਹਾਂ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਜਦੋਂ ਨਵੇਂ ਅਧਿਕਾਰੀ ਨੇ ਭਰੇ ਦਰਬਾਰ ਵਿੱਚ ਬਾਦਸ਼ਾਹ ਦੀ ਸਿਆਣਪ, ਉਸ ਦੇ ਖਾਨਦਾਨ, ਸੰਤਾਨ, ਨਿਆਂ ਅਤੇ ਦਇਆ ਆਦਿਆਂ ਸਿਫਤਾਂ ਕਰਨੀਆਂ ਆਰੰਭੀਆਂ ਤਾਂ ਦੇਸੀ ਚਾਪਲੂਸਾਂ ਨੇ ਕਿਹਾ, ਵੇਖੋ ਬਾਦਸ਼ਾਹ ਸਲਾਮਤ, ਇਹ ਤੁਹਾਨੂੰ ਭਰਮਾਉਣ ਦਾ ਯਤਨ ਕਰ ਰਿਹਾ ਹੈ। ਬਾਦਸ਼ਾਹ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਜਿਉਂ ਹੀ ਇਹ ਮੇਰੀ ਚਾਪਲੂਸੀ ਕਰਨੀ ਆਰੰਭ ਕਰੇਗਾ, ਤੁਸੀਂ ਵੇਖਣਾ ਮੈਂ ਇਸ ਨੂੰ ਕੰਨ ਤੋਂ ਫੜ ਕੇ ਦਰਬਾਰ ਵਿੱਚੋਂ ਬਾਹਰ ਕੱਢ ਦੇਵਾਂਗਾ। ਪਰ ਹੁਣ ਤੱਕ ਇਸ ਨੇ ਜੋ ਬੋਲਿਆ ਹੈ ਉਹ ਸੱਚ ਹੀ ਬੋਲਿਆ ਹੈ, ਸੱਚ ਤੋਂ ਸਿਵਾਏ ਮੈਂ ਕੁਝ ਨਹੀਂ ਸੁਣਾਂਗਾ। ਹਾਕਮਾਂ ਨੂੰ ਚਾਪਲੂਸੀ ਸੁਣਨ ਦੀ ਇਤਨੀ ਆਦਤ ਪੈ ਜਾਂਦੀ ਹੈ ਕਿ ਉਹ ਸੱਚ ਸੁਣ ਕੇ ਪਰੇਸ਼ਾਨ ਹੋ ਜਾਂਦੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਤਸੀਹੇ ਦਿੰਦੇ ਹਨ। ਇੱਕ ਫਕੀਰ ਨੇ ਰਾਜੇ ਸਨਤ ਕੁਮਾਰ ਦੇ ਰਾਜ ਦੀ ਬੜੀ ਸਿਫਤ ਸੁਣੀ ਹੋਈ ਸੀ, ਸੋ ਉਸ ਦੇ ਮਨ ਵਿੱਚ ਦੂਰ ਵਸਦੇ ਰਾਜੇ ਨੂੰ ਵੇਖਣ ਮਿਲਣ ਦੀ ਇੱਛਾ ਉਪਜੀ। ਜਦੋਂ ਉਹ ਲੰਮਾ ਪੈਂਡਾ ਤੈਅ ਕਰਕੇ ਪਹੁੰਚਿਆ ਤਾਂ ਜਦੋਂ ਦਰਬਾਨਾ ਨੇ ਉਸ ਦਾ ਰਾਹ ਰੋਕਿਆ ਤਾਂ ਉਸ ਨੇ ਕਿਹਾ ਕਿ ਮੈਂ ਇਤਨੀ ਦੂਰੋਂ ਆਇਆ ਹਾਂ ਕਿ ਤੁਸੀਂ ਅਨੁਮਾਨ ਵੀ ਨਹੀਂ ਲਾ ਸਕਦੇ, ਮੈਂ ਕੇਵਲ ਰਾਜੇ ਨੂੰ ਵੇਖਣ ਲਈ ਹੀ ਆਇਆ ਹਾਂ। ਗੱਲ ਚੱਲਦੀ ਚੱਲਦੀ ਅੰਦਰ ਪਹੁੰਚੀ। ਸੁੱਤੇ ਹੋਏ ਰਾਜੇ ਨੇ ਉੱਠ ਕੇ ਕਿਹਾ ਕਿ ਫਕੀਰ ਨੂੰ ਅੰਦਰ ਆਉਣ ਦਿਓ। ਫਕੀਰ ਨੇ ਸਾਹਮਣੇ ਬੈਠ ਕੇ ਰਾਜੇ ਦੀਆਂ ਜੋ ਸਿਫਤਾਂ ਸੁਣੀਆਂ ਸਨ ਕਹਿ ਦਿੱਤੀਆਂ। ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਤੁਸੀਂ ਕੱਲ੍ਹ ਮੇਰੇ ਦਰਬਾਰ ਵਿੱਚ ਆਉਣਾ। ਸਾਰਿਆਂ ਸਾਹਮਣੇ ਆਪਣੀ ਪ੍ਰਸ਼ੰਸਾ ਸੁਣਨ ਦੇ ਲਾਲਚ ਅਧੀਨ ਦਰਬਾਰ ਵਿੱਚ ਜਾਣ ਲਈ ਰਾਜੇ ਨੇ ਵਿਸ਼ੇਸ਼ ਕੱਪੜੇ ਅਤੇ ਗਹਿਣੇ ਪਾਏ ਅਤੇ ਇੱਤਰ ਫੁਲੇਲ ਲਾ ਕੇ ਉਹ ਪੂਰੀ ਸ਼ਾਨ ਨਾਲ ਸਿੰਘਾਸਨ ਉੱਤੇ ਸੱਜ ਗਿਆ। ਸਾਹਮਣੇ ਬੈਠਾ ਫਕੀਰ ਚੁੱਪ ਹੀ ਰਿਹਾ। ਸਨਤ ਕੁਮਾਰ ਉਸ ਦੇ ਬੋਲਣ ਨੂੰ ਉਡੀਕ ਰਿਹਾ ਸੀ। ਫਕੀਰ ਨੇ ਰਾਜੇ ਦੇ ਚਿਹਰੇ ਤੇ ਪ੍ਰਸ਼ੰਸਾ ਦੀ ਭੀਖ ਮੰਗਣ ਵਾਲੇ ਭਾਵ ਵੇਖੇ, ਪਰ ਉਹ ਫਿਰ ਵੀ ਚੁੱਪ ਰਿਹਾ। ਰਾਜੇ ਨੇ ਸੋਚਿਆ ਇਹ ਬੋਲਣ ਹੀ ਵਾਲਾ ਹੈ, ਪਰ ਫਕੀਰ ਚੁੱਪ ਹੀ ਰਿਹਾ। ਰਾਜਾ ਕੜਕ ਕੇ ਬੋਲਿਆ, ਬੋਲ ਓਏ, ਬੋਲਦਾ ਕਿਉਂ ਨਹੀਂ? ਫਕੀਰ ਨੇ ਕਿਹਾ, ਕੀ ਬੋਲਾਂ? ਮੇਰੇ ਸਾਹਮਣੇ ਤਾਂ ਰੋਗਾਂ ਅਤੇ ਭੋਗਾਂ ਦਾ ਖਾਧਾ ਸਰੀਰ ਬੈਠਾ ਹੈ। ਕੱਲ੍ਹ ਤੁਸੀਂ ਨਿਮਰ ਸੀ, ਸੁੰਦਰ ਸੀ, ਸੁਭਾਵਿਕ ਅਤੇ ਸ਼ਾਂਤ ਸੀ। ਅੱਜ ਤੁਸੀਂ ਹੰਕਾਰੇ ਹੋਏ ਹੋ, ਮਹਿੰਗੇ ਕੱਪੜਿਆਂ, ਗਹਿਣਿਆਂ ਅਤੇ ਆਪਣੀ ਤਾਕਤ ਦੇ ਘਮੰਡ ਵਿੱਚ ਹੋ। ਇਸੇ ਕਰਕੇ ਸਬਰ ਨਹੀਂ ਰਿਹਾ, ਗੁੱਸੇ ਵਿੱਚ ਹੋ। ਤੁਹਾਨੂੰ ਹਉਮੈ, ਲੋਭ ਅਤੇ ਕ੍ਰੋਧ ਦਾ ਗ੍ਰਹਿਣ ਲੱਗਿਆ ਹੋਇਆ ਹੈ। ਮੈਂ ਕੀ ਬੋਲਾਂ? ਵੇਖਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਥਾਂ ਬਹੁਤ ਵੱਡੀ ਪ੍ਰਸ਼ੰਸਾ ਪ੍ਰਾਪਤ ਕਰ ਲੈਂਦੇ ਹਾਂ ਤਾਂ ਮਗਰੋਂ ਅਜਿਹੀ ਹੋਰ ਪ੍ਰਸ਼ੰਸਾ ਲਈ ਤਰਸਦੇ ਰਹਿੰਦੇ ਹਾਂ। ਵਾਸਤਵ ਵਿੱਚ ਇਹ ਚਾਪਲੂਸੀ ਦਾ ਲਾਲਚ ਹੁੰਦਾ ਹੈ। ਚਾਪਲੂਸੀ ਦਾ ਇਹੀ ਸ਼ਰਾਪ ਹੈ। ਜੇ ਤੁਹਾਡੀ ਪ੍ਰਸੰਨਤਾ ਦੂਜਿਆਂ ਦੀ ਪ੍ਰਸ਼ੰਸਾ ਉੱਤੇ ਨਿਰਭਰ ਕਰਦੀ ਹੈ ਤਾਂ ਤੁਸੀਂ ਕਦੇ ਵੀ ਪ੍ਰਸੰਨ ਨਹੀਂ ਹੋ ਸਕਦੇ। ਜੇ ਤੁਹਾਡੇ ਲਈ ਦੂਜਿਆਂ ਦੀ ਰਾਏ ਹੀ ਮੁੱਲਵਾਨ ਹੈ ਤਾਂ ਤੁਸੀਂ ਬਾਹਰੀ ਵਿਹਾਰ ਤੱਕ ਹੀ ਸੀਮਤ ਰਹੋਗੇ, ਅੰਦਰ ਕਦੇ ਸ਼ਾਂਤੀ ਨਹੀਂ ਹੋਵੇਗੀ। ਪਰ ਜੇ ਤੁਸੀਂ ਆਪਣੇ ਆਪ ਨੂੰ ਧਰਤੀ ਦਾ ਕੇਂਦਰ ਨਹੀਂ, ਇੱਕ ਸਧਾਰਨ ਮਨੁੱਖ ਸਮਝੋਗੇ ਤਾਂ ਅਜਿਹੀ ਸੋਚ ਨਾਲ ਤੁਹਾਡਾ ਅੰਦਰਲਾ ਸ਼ਾਂਤ ਹੋਵੇਗਾ ਅਤੇ ਪ੍ਰਸੰਨ ਹੋਣ ਲਈ ਤੁਹਾਨੂੰ ਦੂਜਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ। ਅਸੀਂ ਅਕਸਰ ਦੂਜਿਆਂ ਨੂੰ ਪੁੱਛਦੇ ਹਾਂ ਕਿ ਮੈਂ ਕੌਣ ਹਾਂ, ਕਿਉਂਕਿ ਦੂਜਿਆਂ ਦੀ ਰਾਏ ਤੋਂ ਹੀ ਪਤਾ ਲੱਗਦਾ ਹੈ ਕਿ ਮੈਂ ਕੀ ਹਾਂ। ਅਹੁਦੇ, ਪਦਵੀਆਂ, ਪ੍ਰਸਿੱਧੀ, ਮਾਣ ਸਨਮਾਨ ਆਦਿ ਜਿਉਂਦਿਆਂ ਦੇ ਲਾਲਚ ਹਨ, ਜਦੋਂ ਕਿ ਕਬਰ ਵਿੱਚ ਇਹਨਾਂ ਤੋਂ ਬਿਨਾਂ ਵੀ ਸਰ ਜਾਂਦਾ ਹੈ। ਜਦੋਂ ਮੁਹੰਮਦ ਤੁਗਲਕ ਜਿਉਂਦਾ ਸੀ ਤਾਂ ਉਹ ਵੀ ਚਾਪਲੂਸਾਂ ਵਿੱਚ ਘਿਰ ਗਿਆ ਹੋਵੇਗਾ। ਤੁਗਲਕ ਦੀ ਗਲਤੀ ਇਹ ਸੀ ਕਿ ਉਸ ਦੇ ਚਾਪਲੂਸ ਮੂਰਖ ਸਨ। ਜਦੋਂ ਤੁਗਲਕ ਮਰਿਆ ਸੀ ਤਾਂ ਉਸ ਦੇ ਜਨਾਜ਼ੇ ਨੂੰ ਵੇਖ ਕੇ ਇੱਕ ਚਾਪਲੂਸ ਨੇ ਦੂਜੇ ਨੂੰ ਕਿਹਾ ਸੀ, ਜੇ ਬਾਦਸ਼ਾਹ ਸਲਾਮਤ ਜਿਉਂਦੇ ਹੁੰਦੇ ਤਾਂ ਆਪਣਾ ਜਨਾਜ਼ਾ ਵੇਖ ਕੇ ਬੜਾ ਖੁਸ਼ ਹੁੰਦੇ। ਚਾਪਲੂਸਾਂ ਨੂੰ ਚਾਪਲੂਸੀ ਦੀ ਇਤਨੀ ਆਦਤ ਪੈ ਜਾਂਦੀ ਹੈ ਕਿ ਉਹ ਆਪ ਵੱਡੇ ਅਹੁਦਿਆਂ ਤੇ ਲੱਗ ਕੇ ਵੀ ਇਸ ਆਦਤ ਨੂੰ ਤਿਆਗ ਨਹੀਂ ਸਕਦੇ। ਹਰ ਚਾਪਲੂਸ ਮਗਰ ਨਿੰਦਕਾਂ ਦੀ ਇੱਕ ਕਤਾਰ ਖਲੋਤੀ ਹੁੰਦੀ ਹੈ। ਚਾਪਲੂਸ ਦਾ ਲੋਭ ਕਦੇ ਬੁੱਢਾ ਨਹੀਂ ਹੁੰਦਾ, ਸਗੋਂ ਉਮਰ ਦੇ ਵਧਣ ਨਾਲ ਇਹ ਲੋਭ ਜਵਾਨ ਹੋਈ ਜਾਂਦਾ ਹੈ। ਚਾਪਲੂਸਾਂ ਨੇ ਪੂਰਬਵਰਤੀ ਰਾਜਿਆਂ ਨੂੰ ਚੰਦਰਵਰਸ਼ੀ ਅਤੇ ਸੂਰਜਵੰਸ਼ੀ ਦੱਸ ਕੇ ਹਰੇਕ ਨੂੰ ਵਿਸ਼ਨੂੰ ਦਾ ਅਵਤਾਰ ਸਿੱਧ ਕਰ ਦਿੱਤਾ ਸੀ। ਹੁਣ ਵੀ ਜਦੋਂ ਕਿਸੇ ਮਹਿਕਮੇ ਵਿੱਚ ਨਵਾਂ ਵੱਡਾ ਅਧਿਕਾਰੀ ਆਉਂਦਾ ਹੈ ਤਾਂ ਚਾਪਲੂਸ ਪਹਿਲਾਂ ਹੀ ਮਿਲ ਪੈਂਦੇ ਹਨ ਅਤੇ ਉਹ ਅਧਿਕਾਰੀ ਸਮਝਦਾ ਹੈ ਕਿ ਮੈਨੂੰ ਇਹਨਾਂ ਨੇ ਹੀ ਠੀਕ ਤਰ੍ਹਾਂ ਸਮਝਿਆ ਹੈ। ਆਮ ਕਰਕੇ ਚਾਪਲੂਸਾਂ ਦੇ 3 ਮੁੱਖ ਲੱਛਣ ਮੰਨੇ ਗਏ ਹਨ। ਜਦੋਂ ਉਹ ਬੋਲਦਾ ਹੈ, ਉਹ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ, ਆਪਣੇ ਸਾਹਿਬ ਦੇ ਕੱਚ ਨੂੰ ਹੀਰਾ ਅਤੇ ਉਸ ਦੇ ਵਿਰੋਧੀ ਦੇ ਹੀਰੇ ਨੂੰ ਕੱਚ ਸਾਬਤ ਕਰਨ ਦਾ ਯਤਨ ਕਰੇਗਾ। ਜਦੋਂ ਵਾਅਦਾ ਕਰਦਾ ਹੈ ਤਾਂ ਆਪਣੀ ਸਮਰੱਥਾ ਨਾਲੋਂ ਵਧੇਰੇ ਕਰਦਾ ਹੈ, ਪਰ ਪੂਰਾ ਨਹੀਂ ਕਰਦਾ, ਅਤੇ ਜਦੋਂ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਹ ਉਦੋਂ ਹੀ ਧੋਖਾ ਦਿੰਦਾ ਹੈ। ਜਦੋਂ ਵਿਰੋਧੀ ਵਿਰੋਧ ਦਾ ਬਿਗਲ ਵਜਾਉਂਦੇ ਹਨ ਤਾਂ ਚਾਪਲੂਸ ਹਿਮਾਇਤ ਦੀ ਤੂਤੀ ਵੀ ਨਹੀਂ ਵਜਾਉਂਦੇ, ਸਗੋਂ ਵਿਰੋਧੀਆਂ ਨਾਲ ਅੰਦਰ ਖਾਤੇ ਮਿਲ ਕੇ ਆਪਣੇ ਵਿਕਣ ਦਾ ਭਾਅ ਤੈਅ ਕਰਨ ਲੱਗ ਪੈਂਦੇ ਹਨ। ਭਾਰਤ ਵਿੱਚ ਮੁਲਾਂਕਣ ਦੀ ਪਰੰਪਰਾ ਨਹੀਂ। ਇੱਥੇ ਕਿਸੇ ਨੂੰ ਜਾਂ ਤਾਂ ਇੱਕਦਮ ਨਕਾਰ ਦਿੱਤਾ ਜਾਂਦਾ ਹੈ ਜਾਂ ਪੂਜਣਯੋਗ ਬਣਾ ਦਿੱਤਾ ਜਾਂਦਾ ਹੈ। ਕਾਰਨ ਇਹ ਹੈ ਕਿ ਇੱਥੇ ਵਿਚਾਰਾਂ ਅਤੇ ਕਾਰਜਾਂ ਦੀ ਥਾਂ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਵੱਡੇ ਬੰਦੇ ਕੇਵਲ ਸਿਫਤਾਂ ਹੀ ਲੋਚਦੇ ਹਨ ਅਤੇ ਆਲੋਚਨਾ ਨੂੰ ਇੱਥੇ ਸਾਜ਼ਿਸ਼ ਕਿਹਾ ਜਾਂਦਾ ਹੈ। ਚਾਪਲੂਸਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਉਹ ਆਪਣੇ ਸੁੱਖ ਆਰਾਮ ਨਾਲੋਂ ਮਾਲਕ ਦੇ ਸੁੱਖ ਆਰਾਮ ਨੂੰ ਪਹਿਲ ਦਿੰਦੇ ਹਨ। ਚਾਪਲੂਸਾਂ ਦੀ ਸੂਝ-ਬੂਝ ਤਿੱਖੀ, ਸਮਝ ਵਿਸ਼ਾਲ ਅਤੇ ਮਨੁੱਖੀ ਵਿਹਾਰ ਦੇ ਉਹ ਮਾਹਿਰ ਹੁੰਦੇ ਹਨ।
ਉਹ ਸਮੇਂ ਦੀ ਨਜਾਕਤ ਨੂੰ ਪਛਾਣਦੇ ਹੋਣ ਕਰਕੇ ਵਿਗੜੀ ਸਥਿਤੀ ਨੂੰ ਵੀ ਆਪਣੇ ਪੱਖ ਵਿੱਚ ਕਰ ਲੈਂਦੇ ਹਨ। ਇੱਕ ਵਾਰੀ ਮਾਲਕ ਦੇ ਤਿਲਕ ਕੇ ਡਿੱਗਣ ਤੇ ਚਾਪਲੂਸ ਦਾ ਹਾਸਾ ਨਿਕਲ ਗਿਆ। ਮਾਲਕ ਨੇ ਪੁੱਛਿਆ ਵੀ ਹੱਸਦਾ ਕਿਉਂ ਹੈ? ਚਾਪਲੂਸ ਨੇ ਗੰਭੀਰ ਹੋ ਕੇ ਕਿਹਾ, ਮੈਂ ਤਾਂ ਤੁਹਾਨੂੰ ਸੱਟ ਨਾ ਲੱਗਣ ਦੀ ਖੁਸ਼ੀ ਮਨਾ ਰਿਹਾ ਹਾਂ। ਦੁਕਾਨਦਾਰ ਅਕਸਰ ਗਾਹਕਾਂ ਦੀ ਚਾਪਲੂਸੀ ਕਰਦੇ ਹਨ। ਇੱਕ ਕੱਪੜਾ ਵੇਚਣ ਵਾਲਾ ਇੱਕ ਇਸਤਰੀ ਨੂੰ ਕਹਿ ਰਿਹਾ ਸੀ, ਭੈਣ ਜੀ, ਜਿਹੜਾ ਕੱਪੜਾ ਬਣਿਆ ਹੀ ਤੁਹਾਡੇ ਲਈ ਹੈ ਉਸ ਨੂੰ ਤੁਸੀਂ ਪਹਿਨਣ ਤੋਂ ਰੋਕ ਨਹੀਂ ਸਕਦੇ। ਚਾਪਲੂਸ ਫਟੇ ਹੋਏ ਕੋਟ ਨੂੰ ਵੀ ਸੋਨੇ ਦਾ ਬਟਨ ਲਾ ਦਿੰਦੇ ਹਨ। ਜਿਹੜਾ ਸਿੱਧੀ ਅਤੇ ਸਪਸ਼ਟ ਗੱਲ ਕਹਿ ਦਿੰਦਾ ਹੈ ਜਾਂ ਜਿਸ ਨੂੰ ਗੁੱਸਾ ਜਲਦੀ ਚੜ੍ਹਦਾ ਹੈ ਜਾਂ ਜਿਹੜਾ ਕਾਹਲ ਕਰਦਾ ਹੈ, ਉਹ ਨਾ ਪ੍ਰਸ਼ੰਸਾ ਕਰਦਾ ਹੈ ਨਾ ਹੀ ਚਾਪਲੂਸੀ। ਵਿਹਾਰਕ ਪੱਖ ਤੋਂ ਅਜਿਹਾ ਵਿਅਕਤੀ ਆਪਣਾ ਨੁਕਸਾਨ ਕਰਨ ਵਿੱਚ ਮਾਹਿਰ ਹੁੰਦਾ ਹੈ। ਕਈ ਲੋਕ ਆਪਣੇ ਆਪ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ, ਇੱਥੋਂ ਤੱਕ ਕਿ ਉਹ ਆਪਣੀ ਬਿਮਾਰੀ ਨੂੰ ਵੀ ਮਹੱਤਵਪੂਰਨ ਸਮਝਦੇ ਹਨ ਅਤੇ ਆਪਣੀ ਬਿਮਾਰੀ ਦੇ ਗੁਣ ਗਾਉਣ ਲੱਗ ਪੈਂਦੇ ਹਨ। ਮੇਰੇ ਇੱਕ ਮਿੱਤਰ ਆਪਣੀ ਬਿਮਾਰੀ ਦੇ ਵੇਰਵੇ ਦੱਸਣ ਉਪਰੰਤ ਕਹਿੰਦੇ ਹਨ, ਇਹ ਬਿਮਾਰੀ ਕੇਵਲ ਵਿਦਵਾਨਾਂ ਨੂੰ ਹੁੰਦੀ ਹੈ। ਨਲਾਇਕਾਂ ਨੂੰ ਛੋਟੇ ਚਾਪਲੂਸ ਹੀ ਤਬਲੇ ਵਾਂਗ ਕੱਸ ਲੈਂਦੇ ਹਨ। ਚਾਪਲੂਸੀ ਨੂੰ ਚਾਪਲੂਸਾਂ ਦੀ ਦ੍ਰਿਸ਼ਟੀ ਤੋਂ ਵੀ ਵੇਖਣ ਦੀ ਲੋੜ ਹੈ। ਇੱਕ ਚਾਪਲੂਸ ਕਹਿ ਰਿਹਾ ਸੀ, ਤੁਸੀਂ ਸਾਡੇ ਦੁੱਖ ਨੂੰ ਤਾਂ ਵੇਖੋ, ਸਾਡੇ ਸਾਹਿਬ ਨੂੰ ਇੱਕ ਹੀ ਗੱਲ ਆਉਂਦੀ ਹੈ ਅਤੇ ਉਹ ਵੀ ਗਲਤ, ਜਿਹੜੀ ਸਾਨੂੰ 100 ਵਾਰ ਸੁਣਨ ਮਗਰੋਂ ਵੀ ਇਵੇਂ ਹੈਰਾਨੀ ਨਾਲ ਸੁਣਨੀ ਪੈਂਦੀ ਹੈ ਜਿਵੇਂ ਪਹਿਲੀ ਵਾਰ ਸੁਣ ਰਹੇ ਹੋਈਏ। ਕਿਹਾ ਜਾਂਦਾ ਹੈ ਕਿ ਚਾਪਲੂਸ ਝੂਠ ਬੋਲ ਕੇ ਮਾਲਕ ਨੂੰ ਭਰਮਾਉਂਦੇ ਹਨ, ਪਰ ਝੂਠ ਬੋਲਣਾ ਅਤੇ ਭਰਮ ਉਪਜਾਉਣਾ ਮਨੁੱਖ ਦੀਆਂ ਜਿਉਂਦੇ ਰਹਿਣ ਦੀਆਂ ਯੋਗਤਾਵਾਂ ਰਹੀਆਂ ਹਨ। ਇਹਨਾਂ ਨੂੰ ਭੈੜਾ ਕਿਹਾ ਜਾਂਦਾ ਹੈ, ਪਰ ਇਹਨਾਂ ਤੋਂ ਬਿਨਾਂ ਮਨੁੱਖ ਦਾ ਕਦੇ ਨਹੀਂ ਸਰਿਆ। ਹਰ ਮੁਕਾਬਲੇ, ਖੇਡ, ਰਾਜਨੀਤੀ, ਸਰਕਾਰ, ਪਿਆਰ, ਯੁੱਗ, ਬਾਜ਼ਾਰ ਆਦਿ ਵਿੱਚ ਝੂਠ ਅਤੇ ਭਰਮ, ਚਕਮਾ ਅਤੇ ਚਲਾਕੀ ਮਨੁੱਖੀ ਵਿਹਾਰ ਦੀਆਂ ਪ੍ਰਵਾਨਿਤ ਵਿਧੀਆਂ ਹਨ। ਸੱਚ ਬੋਲ ਕੇ ਰਾਜਨੀਤੀ ਨਾ ਕੀ ਧਰਮ ਵੀ ਨਹੀਂ ਚੱਲਦੇ। ਸਾਰੇ ਧਰਮ ਸੰਸਾਰ ਨੂੰ ਮਾਇਆ ਕਹਿੰਦੇ ਹਨ, ਪਰ ਆਪਣੇ ਆਪ ਨੂੰ ਮਾਇਆ ਤੋਂ ਮੁਕਤ ਦੱਸਦੇ ਹਨ। ਅਮੀਰਾਂ ਦੇ ਪੈਸੇ ਨੂੰ ਪਾਪ ਦੀ ਕਮਾਈ ਕਹਿੰਦੇ ਹਨ, ਪਰ ਉਹਨਾਂ ਦੇ ਚੜਾਵੇ ਨੂੰ ਪਵਿੱਤਰ ਸਮਝਦੇ ਹਨ। ਕਲਾਵਾਂ ਦਾ ਮੁੱਖ ਉਦੇਸ਼ ਵੀ ਭਰਮ ਉਪਜਾਉਣਾ ਹੁੰਦਾ ਹੈ। ਸੱਚ ਇਹ ਹੈ ਕਿ ਸੱਚ ਅਕਸਰ ਕਿਸੇ ਦਾ ਦਿਲ ਦੁਖਾਉਣ ਲਈ ਹੀ ਬੋਲਿਆ ਜਾਂਦਾ ਹੈ। ਇੱਕ ਚਾਪਲੂਸ ਕਹਿ ਰਿਹਾ ਸੀ, ਨਿਰਸੰਦੇਹ ਬੇਅਕਲ ਦੀ ਪ੍ਰਸ਼ੰਸਾ ਕਰਨੀ ਚਾਪਲੂਸੀ ਹੈ, ਪਰ ਅਕਲ ਵਾਲੇ ਆਪਣੀ ਅਕਲ ਦੇ ਘਮੰਡ ਵਿੱਚ ਹਰ ਕਿਸੇ ਦੀ ਬੇਇੱਜ਼ਤੀ ਹੀ ਕਰਦੇ ਹਨ। ਕੋਈ ਅਕਲਮੰਦ ਕਿਸੇ ਹੋਰ ਅਕਲਮੰਦ ਨਾਲ ਸਹਿਮਤ ਨਹੀਂ ਹੁੰਦਾ, ਇਸੇ ਕਰਕੇ ਅਕਲ ਵਾਲੇ ਜੀਵਨ ਦੀ ਮੁੱਖ ਧਾਰਾ ਦਾ ਭਾਗ ਨਹੀਂ ਹੁੰਦੇ। ਅਕਲ ਵਾਲੇ ਸਿਧਾਂਤਕ ਹੁੰਦੇ ਹਨ, ਸੋ ਵਿਹਾਰਕ ਪੱਖ ਤੋਂ ਉਹ ਆਗੂ ਨਹੀਂ ਬਣਦੇ, ਇਸੇ ਕਰਕੇ ਉਹ ਬਹੁਤੇ ਸਫਲ ਨਹੀਂ ਹੁੰਦੇ। ਅਕਲ ਰਾਜ ਤਾਂ ਸਭ ਥਾਵਾਂ ਤੇ ਕਰਦੀ ਹੈ, ਪਰ ਇਹ ਕਿਧਰੇ ਵੀ ਹਕੂਮਤ ਨਹੀਂ ਚਲਾ ਸਕਦੀ। ਨਿਰਸੰਦੇਹ ਚਾਪਲੂਸੀ ਇੱਕ ਵਿਸ਼ਵ ਵਿਆਪੀ ਵਰਤਾਰਾ ਹੈ। ਇਹ ਸਵਾਰਥ ਦੀ ਕਲਾ ਹੈ। ਤਾਕਤਵਰ ਲੋਕਾਂ ਨੂੰ ਚਾਪਲੂਸਾਂ ਅਤੇ ਚਾਲਬਾਜ਼ਾਂ ਦੀ ਲੋੜ ਪੈਂਦੀ ਹੈ, ਕਿਉਂਕਿ ਰਾਜਨੀਤੀ ਦੇ ਕਈ ਕਾਰਜ ਅਜਿਹੇ ਹੁੰਦੇ ਹਨ ਜਿਹੜੇ ਇਮਾਨਦਾਰ ਵਿਅਕਤੀ ਦਿਲ ਕਮਜ਼ੋਰ ਹੋਣ ਕਰਕੇ ਕਰਨ ਲਈ ਤਿਆਰ ਨਹੀਂ ਹੁੰਦੇ। ਚਾਪਲੂਸ ਚਾਪਲੂਸੀ ਮਾਰਗ ਤੇ ਨਿਰੰਤਰ ਚੱਲ ਕੇ ਆਪਣੀ ਭਗਤੀ, ਵਫਾਦਾਰੀ ਦੇ ਆਧਾਰ ਤੇ ਲਾਭ ਉਠਾਉਂਦੇ ਹਨ। ਅਜੋਕੇ ਯੁੱਗ ਵਿੱਚ ਚਾਪਲੂਸੀ ਕਰਨੀ ਵੀ ਹੋਰ ਧੰਦਿਆਂ ਵਾਂਗ ਇੱਕ ਪੇਸ਼ਾ ਬਣ ਗਈ ਹੈ। ਸਮੁੱਚੀ ਸਥਿਤੀ ਦਾ ਵਿਅੰਗ ਇਹ ਹੈ ਕਿ ਲੋਭ ਅਤੇ ਲਾਲਚ, ਸਵਾਰਥ ਅਤੇ ਚਾਪਲੂਸੀ ਆਦਿ ਅਜਿਹੇ ਵਰਤਾਰੇ ਹਨ ਜਿਹੜੇ ਅਸੀਂ ਦੂਜਿਆਂ ਵਿੱਚ ਮਾਫ ਨਹੀਂ ਕਰਦੇ, ਪਰ ਆਪਣੇ ਵਿੱਚ ਇਹਨਾਂ ਦੀ ਹੋਂਦ ਤੋਂ ਅਸੀਂ ਜਾਣੂ ਨਹੀਂ ਹੁੰਦੇ। ਨਿੰਦਾ ਵਾਂਗ ਚਾਪਲੂਸੀ ਨੂੰ ਪਸੰਦ ਕੋਈ ਨਹੀਂ ਕਰਦਾ, ਪਰ ਇਸ ਨੂੰ ਮਾਣਦੇ ਸਾਰੇ ਹਨ। ਬੇਈਮਾਨੀ ਭਾਵੇਂ ਕਿਤਨੀ ਫੈਲ ਜਾਵੇ, ਪ੍ਰਸ਼ੰਸਾ ਇਮਾਨਦਾਰੀ ਦੀ ਹੀ ਹੋਵੇਗੀ। ਇਵੇਂ ਹੀ ਚਾਪਲੂਸੀ ਬੇਈਮਾਨੀ ਵਾਂਗ ਭੈੜੀ ਹੀ ਸਮਝੀ ਜਾਵੇਗੀ। ਇਸ ਲਈ ਆਪਣੀ ਯੋਗਤਾ ਦੀ ਆਪ ਪ੍ਰਸ਼ੰਸਾ ਸੁਣਨ ਜਾਂ ਕਰਨ ਜਾਂ ਨੁਮਾਇਸ਼ ਲਾਉਣ ਦੀ ਲੋੜ ਨਹੀਂ, ਕਿਉਂਕਿ ਲੋਕਾਂ ਨੇ ਸਾਨੂੰ ਆਪਣੀਆਂ ਤਕੜੀਆਂ ਨਾਲ ਤੋਲਣਾ ਹੈ। ਤੁਹਾਡੇ ਕਿਧਰੇ ਪਹੁੰਚਣ ਤੇ ਭੀੜ ਦੀਆਂ ਤਾੜੀਆਂ ਦਾ ਵੱਜਣਾ ਵੱਡੀ ਗੱਲ ਨਹੀਂ। ਵੱਡੀ ਗੱਲ ਤੁਹਾਡੀ ਗੈਰ ਹਾਜ਼ਰੀ ਨੂੰ ਸ਼ਿੱਦਤ ਨਾਲ ਮਹਿਸੂਸ ਕੀਤੇ ਜਾਣਾ ਹੁੰਦੀ ਹੈ। ਨਿੱਕੇ ਕੰਮਾਂ ਨੂੰ ਵੱਡੇ ਦਿਲ ਨਾਲ ਕਰੋ, ਪ੍ਰਸ਼ੰਸਾ ਹੋਵੇਗੀ। ਉੱਚੇ ਟੀਚੇ ਮਿੱਥ ਕੇ ਮਿਹਨਤ ਕਰੋ, ਚਾਪਲੂਸੀ ਦੀ ਕਦੇ ਲੋੜ ਨਹੀਂ ਪਵੇਗੀ। ਆਪਣੇ ਆਪ ਨੂੰ ਸਧਾਰਨ ਵਿਅਕਤੀ ਸਮਝ ਕੇ ਲੋਕਾਂ ਨੂੰ ਪਿਆਰ ਕਰਨਾ, ਕਰਦੇ ਰਹਿਣਾ, ਜ਼ਰੂਰ ਪਿਆਰ ਕਰਨਾ, ਚੰਗਾ ਪਿਆਰ ਕਰਨਾ, ਸਾਰਿਆਂ ਨੂੰ ਪਿਆਰ ਕਰਨਾ, ਸਾਰੀ ਉਮਰ ਪਿਆਰ ਕਰਨਾ, ਇਵੇਂ ਤੁਸੀਂ ਖੁਸ਼ਹਾਲ ਹੋ ਜਾਵੋਗੇ। ਤੁਹਾਡੇ ਸ਼ੁਭ ਚਿੰਤਕ ਅਤੇ ਤੁਹਾਡੇ ਕਦਰਦਾਨ ਤੁਹਾਡੀ ਪ੍ਰਸ਼ੰਸਾ ਹੀ ਨਹੀਂ ਕਰਨਗੇ, ਤੁਹਾਡੀ ਮਹਿਮਾ ਵੀ ਗਾਉਣਗੇ। ਜੀਵਨ ਦਾ ਉਦੇਸ਼ ਚਾਪਲੂਸੀ ਨਹੀਂ, ਪ੍ਰਸ਼ੰਸਾ ਹੋਣਾ ਚਾਹੀਦਾ ਹੈ। ਪ੍ਰਸ਼ੰਸਾ ਤੁਹਾਡੇ ਵਿਚਾਰਾਂ ਅਤੇ ਕੰਮਾਂ ਕਾਰਜਾਂ ਦੀ ਹੋਣੀ ਚਾਹੀਦੀ ਹੈ, ਤੁਹਾਡੀ ਨਹੀਂ। ਸੋ ਦੋਸਤੋ, ਇਸ ਦੇ ਨਾਲ ਹੀ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।